ਹੈਲੋ ਪਿਆਰੇ ਬੱਚਿਓ, ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੱਧਮਾਂ ਨੂੰ ਪਤਾ ਕਰਨ ਦੀਆਂ ਤਿੰਨੋਂ ਹੀ ਵਿਧੀਆਂ ਬਾਰੇ ਦੱਸਾਂਗਾ। ਛੋਟੀਆਂ ਕਲਾਸਾਂ ਦੇ ਵਿੱਚ ਅਸੀਂ ਛੋਟੇ ਕੁਝ ਅੰਕੜਿਆਂ ਦਾ ਮੱਧਮਾਂ ਨੂੰ ਪਤਾ ਕਰਨ ਦਾ ਜਿਹੜਾ ਤਰੀਕਾ ਸੀ, ਉਹ ਜੇ ਮੰਨ ਲਓ 2 3 5 6 ਦਾ ਅਸੀਂ ਮੱਧਮਾਂ ਨੂੰ ਪਤਾ ਕਰਨਾ ਹੁੰਦਾ ਸੀ ਤਾਂ ਅਸੀਂ ਪਹਿਲਾਂ ਚਾਰਾਂ ਹੀ ਅੰਕੜਿਆਂ ਨੂੰ ਜੋੜ ਦਿੰਦੇ ਸਨ। 2 + 3 + 5 + 6 ਤੇ ਉਹਨੂੰ ਡਿਵਾਈਡ ਕਰ ਦਿੰਦੇ ਸਨ ਜਿੰਨੇ ਉਹ ਅੰਕੜੇ ਹੁੰਦੇ 1 2 3 4 ਤੇ ਇਹਨਾਂ ਦਾ ਜਿਹੜਾ ਮੱਧਮਾਨ ਕਿੰਨਾ ਬਣ ਜਾਂਦਾ ਸੀ 5 3 5 5 10 6 16 16 ਨੂੰ ਜੇ 4 ਨਾਲ ਡਿਵਾਈਡ ਕਰੀਏ ਤਾਂ ਇਹਨਾਂ ਦਾ ਜਿਹੜਾ ਮੱਧਮਾਨ ਜਿਹੜਾ ਉਹ ਆ ਜਾਂਦਾ ਸੀ 4। ਪਰ ਹੁਣ ਜਿਵੇਂ ਹੀ ਸਾਡੀ ਕਲਾਸ ਵੱਡੀ ਹੋ ਗਈ ਹੈ 10th ਹੋ ਗਈ ਹੈ ਤਾਂ ਇਹ ਜਿਹੜਾ ਹੈ ਮੱਧਮਾਨ ਦੇ ਵੀ ਥੋੜ੍ਹੇ ਸਵਾਲ ਜਿਹੜੇ ਹੈ ਜੇ ਜ਼ਿਆਦਾ ਅੰਕੜਿਆਂ ਵਾਲੇ ਹੋਣ ਤਾਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਕਰਨਾ ਹੈ, ਸਵਾਲ ਵੀ ਡਿਫੀਕਲਟ ਬਣ ਜਾਂਦੇ ਹਨ। ਪਰ ਇਹ ਜਿਹੜਾ ਸਵਾਲ ਹੈ ਮੈਂ ਤੁਹਾਨੂੰ ਸਿਖਾਵਾਂਗਾ, ਬਹੁਤ ਹੀ ਸੌਖੀ ਵਿਧੀ ਹੈ, ਬਹੁਤ ਹੀ ਸਾਰੇ ਬੱਚੇ ਜਿਹੜੇ ਹੈ ਇਸ ਨੂੰ ਕਰ ਲੈਂਦੇ ਹਨ। ਤੇ ਇਹ ਸਵਾਲ ਦੇ ਵਿੱਚ ਜਿਹੜਾ ਸਾਡੇ ਕੋਲ ਹੈਗਾ ਇਹਦੇ ਵਿੱਚ ਰੋਜ਼ਾਨਾ ਮਜ਼ਦੂਰੀ ਜਿਹੜੀ ਹੈਗੀ ਹੈ ਉਹ ਮਜ਼ਦੂਰਾਂ ਦਾ ਅੰਕੜੇ ਦਿੱਤੇ ਹੋਏ ਨੇ। ਇਸ ਵਿੱਚ 100 ਤੋਂ 120 ਰੁਪਏ ਲੈਣ ਵਾਲੇ ਜਿਹੜੇ ਮਜ਼ਦੂਰ ਹੈ ਉਹਨਾਂ ਦੀ ਗਿਣਤੀ ਹੈਗੀ 12। 120 ਤੋਂ 140 ਜਿਹੜੇ ਰੁਪਏ ਦੇ ਵਿੱਚ ਮਜ਼ਦੂਰੀ ਲੈਂਦੇ ਉਹਨਾਂ ਮਜ਼ਦੂਰਾਂ ਦੀ ਗਿਣਤੀ ਹੈਗੀ 14। ਇਸੇ ਤਰ੍ਹਾਂ 140 ਤੋਂ 160 ਦੇ ਮਜ਼ਦੂਰੀ ਲੈਂਦੇ ਉਹ 8 ਮਜ਼ਦੂਰ ਹੈ। ਇਸੇ ਤਰ੍ਹਾਂ 6 ਮਜ਼ਦੂਰ ਹਨ, 10 ਮਜ਼ਦੂਰ ਹਨ ਜਿਹੜੇ 180 ਤੋਂ ਲੈ ਕੇ 200 ਰੁਪਏ ਦੇ ਵਿੱਚ ਆਪਣੀ ਮਜ਼ਦੂਰੀ ਰੋਜ਼ਾਨਾ ਲੈ ਰਹੇ ਹਨ। ਹੁਣ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜਿਹੜਾ ਮੱਧਮਾਨ ਜਿਹੜਾ ਪਤਾ ਕਰਨ ਦੀ ਹੈ ਉਹ ਸਿੱਧੀ ਵਿਧੀ ਜਿਹੜੀ ਹੈ ਉਹ ਕਰਾਂਗੇ। ਇਸ ਦੇ ਵਾਸਤੇ ਅਸੀਂ ਪਹਿਲਾਂ ਤਾਂ ਜਿਹੜੇ ਵਰਗ ਅੰਤਰਾਲ ਹੈਗੇ ਉਹਨਾਂ ਨੂੰ ਅਸੀਂ ਲਿਖਾਂਗੇ ਪਹਿਲਾਂ ਨੀਚੇ ਨੂੰ। ਆ ਤਾਂ ਸਾਨੂੰ ਰਕਮ ਦਿੱਤੀ ਹੋਈ ਹੈ, ਜਦੋਂ ਅਸੀਂ ਸੋਲਵ ਕਰਨਾ ਹੈ ਪੇਪਰ ਦੇ ਉੱਤੇ ਤਾਂ ਕਿਸ ਤਰ੍ਹਾਂ ਕਰਨਾ ਹੈ। ਤੇ ਇਹ ਸਾਨੂੰ ਕਹਿੰਦੇ ਰੋਜ਼ਾਨਾ ਮਜ਼ਦੂਰੀ, ਚਾਹੇ ਤੁਸੀਂ ਕਹਿ ਸਕਦੇ ਮੱਧਮਾਨ, ਸੌਰੀ ਇਹਨਾਂ ਨੂੰ ਕਹਿ ਸਕਦੇ ਵਰਗ ਅੰਤਰਾਲ, ਚਾਹੇ ਤੇ ਵਰਗ ਅੰਤਰਾਲ ਵੀ ਲਿਖ ਸਕਦੇ ਸੀ। ਵਰਗ ਅੰਤਰਾਲ ਇੱਧਰ ਸਾਰੇ ਲਿਖ ਲਵਾਂਗੇ। 100 ਤੋਂ 120, 120 ਤੋਂ 140, 140 ਤੋਂ 160, 160 ਤੋਂ 180, 180 ਤੋਂ ਲੈ ਕੇ 200 ਰੁਪਏ। ਤੇ ਇਸ ਦੇ ਸਾਹਮਣੇ ਜਿਹੜੀ ਮਜ਼ਦੂਰਾਂ ਦੀ ਗਿਣਤੀ ਹੈ ਇਸ ਨੂੰ ਅਸੀਂ ਬਾਰੰਬਾਰਤਾ ਵੀ ਕਹਿ ਦਿੰਦੇ ਹਾਂ। ਬਾਰੰਬਾਰਤਾ, ਜਾਂ ਇਸ ਨੂੰ ਇੱਕ ਸਪੈਸ਼ਲ ਸਿੰਬਲ ਹੈ ਫ੍ਰੀਕੁਐਂਸੀ FI, ਇਸ ਦੇ ਨਾਲ ਵੀ ਨੋਟ ਕਰਦੇ ਹਾਂ। FI ਯਾਨੀ ਕਿ ਫ੍ਰੀਕੁਐਂਸੀ ਕਿੰਨੀ ਹੈ 100 ਤੋਂ 120 ਵਾਲੇ ਦੀ ਕਿੰਨੀ ਹੈ 12। ਇਸੇ ਤਰ੍ਹਾਂ ਦੂਜੇ ਦੀ ਕਿੰਨੀ ਹੈ 14, ਤੀਜੇ ਦੀ ਕਿੰਨੀ ਹੈ 8, 160 ਤੋਂ 180 ਦੀ ਕਿੰਨੀ ਹੈ 6 ਤੇ 180 ਤੋਂ 200 ਤੱਕ ਹੈਗੀ 10। ਇਹ ਤਾਂ ਸਿਰਫ ਅਸੀਂ ਰਕਮ ਨੂੰ ਹੀ ਦੂਜੀ ਤਰ੍ਹਾਂ ਲਿਖਿਆ ਹੈ। ਹੁਣ ਇਸ ਦੇ ਵਿੱਚ ਇੱਕ ਅਗਲਾ ਹੋਰ ਖਾਨਾ ਬਣਾਉਣਾ ਹੈ, ਉਹ ਹੈਗਾ ਮੱਧ ਬਿੰਦੂ। ਮੱਧ ਬਿੰਦੂ, ਮਿਡ ਪੁਆਇੰਟ, ਵਰਗ ਅੰਤਰਾਲ ਜੋ ਹੈ ਉਸ ਦਾ ਮਿਡ ਪੁਆਇੰਟ ਲੈਣਾ ਹੈ। ਇਸ ਨੂੰ ਅਸੀਂ ਜਿਹੜਾ ਲਾਈਨ ਹੈ ਕਾਲਮ ਹੈ ਇਸ ਨੂੰ ਅਸੀਂ XI ਸਿੰਬਲ ਦੇ ਨਾਲ ਡਿਨੋਟ ਕਰਦੇ ਹਾਂ। ਤੇ ਇਹ ਮੱਧ ਬਿੰਦੂ ਕਿੱਦਾਂ ਲੈਣਾ ਹੈ, ਇਹਨਾਂ ਦੋਨਾਂ ਦਾ ਜੋੜ ਤੇ ਉਸ ਨੂੰ 2 ਨਾਲ ਭਾਗ ਕਰਨਾ। ਜੇ ਅਸੀਂ 100 + 120 ਕਰੀਏ ਇਹ ਬਣ ਜਾਂਦਾ ਹੈ 220 ਤੇ ਉਸ ਨੂੰ 2 ਨਾਲ ਡਿਵਾਈਡ ਕਰ ਦੇਣਾ ਹੈ। 220 ਨੂੰ 2 ਨਾਲ ਡਿਵਾਈਡ ਕੀਤਾ 110। ਜੇ ਅਸੀਂ ਵੈਸੇ ਵੀ ਦੇਖੀਏ 100 ਤੇ 120 ਦਾ ਜਿਹੜਾ ਮਿਡ ਪੁਆਇੰਟ ਹੈ ਉਹ ਕਿੰਨਾ ਆਉਂਦਾ ਵਿਚਕਾਰ ਇਹਨਾਂ ਦੇ 110। ਇਸੇ ਤਰ੍ਹਾਂ 120 ਤੇ 140 ਨੂੰ ਅਸੀਂ ਜਦੋਂ ਦੋਨੋਂ ਨੂੰ ਜੋੜਾਂਗੇ ਤਾਂ ਉਹਨੂੰ 2 ਨਾਲ ਡਿਵਾਈਡ ਕਰਾਂਗੇ 120 ਤੇ 140 ਦਾ ਜਿਹੜਾ ਮਿਡ ਪੁਆਇੰਟ ਆ ਜਾਊਗਾ 130 ਆ ਜਾਊਗਾ। ਇਹਨਾਂ ਦਾ ਮਿਡ ਪੁਆਇੰਟ ਆ ਜਾਊਗਾ 150 ਆ ਜਾਊਗਾ। ਇਸ ਦਾ ਆ ਜਾਊਗਾ 170, ਇਸ ਦਾ ਆ ਜਾਊਗਾ 190। ਇਹ ਹੁਣ ਸਾਡੇ ਕੋਲ ਮੱਧ ਬਿੰਦੂ ਦਾ ਆ ਗਿਆ ਖਾਨਾ। ਹੁਣ ਇਸ ਤੋਂ ਬਾਅਦ ਅਸੀਂ ਇੱਕ ਹੋਰ ਖਾਨਾ ਬਣਾਉਣਾ ਹੈ, ਉਹ ਬਾਰੰਬਾਰਤਾ ਤੇ ਮੱਧਮਾਨ ਦੋਨਾਂ ਦਾ ਮਲਟੀਪਲਾਈ ਕਰਨਾ ਹੈ। ਯਾਨੀ ਕਿ ਖਾਨੇ ਦਾ ਜਿਹੜਾ ਨਾਮ ਹੈ ਉਹ FI × XI, ਦੋਨਾਂ ਦਾ ਮਲਟੀਪਲਾਈ ਕਰਨਾ। 12 ਤੇ ਜੇ 110 ਨੂੰ ਅਸੀਂ ਮਲਟੀਪਲਾਈ ਕਰੀਏ ਤਾਂ ਜਿਹੜਾ ਇਹਨਾਂ ਦਾ ਜਿਹੜਾ ਗੁਣਨਫਲ ਹੈਗਾ ਉਹ 1320 ਬਣ ਜਾਂਦਾ ਹੈ। ਇੱਥੇ ਆ ਗਿਆ 1320
130 ਤੇ 114 ਨੂੰ ਜੇ ਮਲਟੀਪਲਾਈ ਕਰੀਏ ਤਾਂ 1820 1820 ਆ ਪਹਿਲਾਂ ਬਣਿਆ ਸੀ 1320 1320 ਜਿਹੜਾ ਹੈ ਉਹ ਥੋੜਾ ਮੈਥਮੈਟਿਕਸ ਭਾਸ਼ਾ ਦੇ ਵਿੱਚ ਬੋਲਣਾ ਸਹੀ ਨਹੀਂ ਹੈ। ਇਸ ਨੂੰ ਅਸੀਂ 1320 ਫਿਰ 1820 ਫਿਰ 1200 ਬਣ ਜਾਂਦਾ ਇਹਨਾਂ ਦੇ ਦੋਨਾਂ ਨੂੰ ਗੁਣਾ ਕਰ ਦਈਏ ਤੇ 6 ਨੂੰ 170 ਨਾਲ ਜੇ ਮਲਟੀਪਲਾਈ ਕਰਾਂਗੇ ਗੁਣਾ ਕਰਾਂਗੇ ਤਾਂ 1020 ਬਣ ਜਾਂਦਾ ਹੈ। ਚਾਹੇ ਤੁਸੀਂ ਇੱਥੇ ਜੇ ਤੁਹਾਡੇ ਸਾਈਡ ਤੇ ਰਫ ਜਗ੍ਹਾ ਦੇ ਵਿੱਚ ਇੱਥੇ ਕੰਮ ਕਰ ਸਕਦੇ ਹੋ ਮਲਟੀਪਲਾਈ ਦਾ। 190 ਨੂੰ ਜੇ 10 ਨਾਲ ਗੁਣਾ ਕਰਾਂਗੇ ਤਾਂ ਸਿੱਧਾ ਹੀ ਹੈ 190 ਦੇ ਨਾਲ 1 ਜ਼ੀਰੋ ਲੱਗ ਜਾਊਗੇ 1900 ਬਣ ਗਿਆ। ਤੇ ਹੁਣ ਫਿਰ ਇਹਨਾਂ ਦਾ ਜੋੜ ਕਰਨਾ ਇੱਥੇ FI ਤੇ XI ਸਾਰੇ ਦਾ ਜੋੜ ਕਰਨਾ ਹੈ। ਇਸ ਖਾਨੇ ਨੂੰ ਅਸੀਂ ਸਮੇਸ਼ਨ ਬੋਲਦੇ ਸਮੇਸ਼ਨ ਆਫ FI XI यानी कि ਇਹਨਾਂ ਸਾਰਿਆਂ ਦਾ ਜੋੜ ਸਮੇਸ਼ਨ ਦਾ ਮਤਲਬ ਹੁੰਦਾ ਹੈ ਜੋੜ। ਤੇ ਇਹ ਜਿਹੜਾ ਜੋੜ ਕਿੰਨਾ ਬਣ ਗਿਆ ਹੈ 7360 ਜੇ ਅਸੀਂ ਜੋੜ ਕਰਾਂਗੇ ਇਹ ਬਣ ਜਾਣਾ ਹੈ 7360 ਸਾਰਿਆਂ ਦਾ ਜੋੜ ਬਣ ਗਿਆ। ਤੇ ਇੱਧਰ ਜਿਹੜਾ ਬਾਰੰਬਾਰਤਾ ਦਾ ਜੋੜ ਹੈ ਇਸ ਨੂੰ ਅਸੀਂ ਸਪੈਸ਼ਲ ਸਿੰਬਲ ਹੈ ਇਸ ਨੂੰ n ਦੇ ਨਾਲ ਇਸ ਦਾ ਕਿਸ ਚਿੰਨ੍ਹ ਨਾਲ ਲਿਖਦੇ ਹਾਂ ਅਸੀਂ n ਦੇ ਨਾਲ n ਇਹਨਾਂ ਦਾ ਸਾਰਿਆਂ ਦਾ ਜੋੜ ਆ ਗਿਆ ਹੈਗਾ ਉਹ 0 ਤੇ 5 50। ਤੇ ਹੁਣ ਜਿਹੜਾ ਮੱਧਮਾਨ ਹੈ ਜਾਂ ਮੀਨ ਹੈ ਮੱਧਮਾਨ ਇਸ ਨੂੰ ਸਿੰਬਲ ਦੇ ਨਾਲ x ਦੇ ਉੱਪਰ ਆ ਬਾਰ ਪਾ ਕੇ ਇਸ ਨੂੰ ਅਸੀਂ ਸਿੰਬਲ ਦੇ ਨਾਲ ਲਿਖਦੇ ਹਾਂ ਮੱਧਮਾਨ ਜਾਂ ਮੀਨ। ਤੇ ਇਸ ਦਾ ਜਿਹੜਾ ਫਾਰਮੂਲਾ ਹੈ ਇਸ ਨੂੰ ਬਾਰੰਬਾਰਤਾ ਦੇ ਨਾਲ ਡਿਵਾਈਡ ਕਰ ਦੇਣਾ। ਸਮੇਸ਼ਨ ਆਫ FI XI ਹੈ ਜੋ ਉਸ ਨੂੰ ਬਾਰੰਬਾਰਤਾ ਜਿੰਨੀ ਹੈਗੀ ਆ ਉਸ ਦੇ ਨਾਲ ਡਿਵਾਈਡ ਕਰ ਦੇਣਾ ਹੈ। ਇਸ ਤਰ੍ਹਾਂ ਸਾਨੂੰ ਮੀਨ ਆ ਜਾਂਦਾ ਹੈ 7360 ਨੂੰ 50 ਦੇ ਨਾਲ ਡਿਵਾਈਡ ਕਰ ਦਈਏ। ਚਾਹੇ ਤੁਸੀਂ ਪਹਿਲਾਂ ਇੱਥੇ ਫਾਰਮੂਲਾ ਲਿਖ ਲਓ ਤੁਹਾਨੂੰ ਆਦਤ ਪੈ ਜਾਊਗੀ ਫਾਰਮੂਲਾ ਲਿਖਣਾ ਫਿਰ ਉਹਦੇ ਬਾਅਦ ਵੈਲਿਊਜ਼ ਪੁੱਟ ਕਰਨੀਆਂ ਸਮੇਸ਼ਨ ਆਫ FI XI ਤੇ ਓਵਰ n यानी कि 7360 ਬਟਾ 50 ਆ 0 ਦੇ ਨਾਲ 0 ਕੱਟ ਦਵਾਂਗੇ। ਫਿਰ ਇਹਨੂੰ ਜਦੋਂ ਭਾਗ ਕਰਾਂਗੇ 5 × 5 ਤੇ 2 7 23 5 ਚੌਕਾ 20 3 23 36 7 50 35 ਤੇ ਡੈਸੀਮਲ 5 to the 10 ਇੰਨਾ ਜਿਹੜਾ ਸਾਡੇ ਕੋਲ ਇਹ ਮੱਧਮਾਨ ਦਾ ਇਸ ਦਾ ਆਨਸਰ ਆ ਗਿਆ ਹੈ। ਇਹਨਾਂ ਦਾ ਮੱਧਮਾਨ 147.2 ਆ ਗਿਆ ਹੈ। ਹੁਣ ਅਸੀਂ ਇਸੇ ਸਵਾਲ ਨੂੰ ਮੱਧਮਾਨ ਦੀ ਦੂਸਰੀ ਵਿਧੀ ਦੇ ਨਾਲ ਕਰਾਂਗੇ। ਦੂਸਰੀ ਵਿਧੀ ਕਾਲਪਨਿਕ ਮੱਧਮਾਨ ਵਿਧੀ। ਉਸ ਵਿਧੀ ਦੇ ਨਾਲ ਕਰਨ ਵਾਸਤੇ ਸਾਨੂੰ ਤਾਂ ਦੋਨੇ ਸਟੈਪ ਇਸੇ ਤਰ੍ਹਾਂ ਕਰਨੇ ਪੈਣੇ ਹਨ ਤੇ ਇਸ ਸਟੈਪ ਦੀ ਜਗ੍ਹਾ ਤੇ ਸਾਨੂੰ ਹੁਣ ਥੋੜੀ ਚੇਂਜ ਕਰਨੀ ਪੈਣੀ ਹੈ। ਇਹਨਾਂ ਦੇ ਵਿੱਚੋਂ ਅਸੀਂ ਆ ਜਿਹੜਾ ਮੱਧ ਬਿੰਦੂ ਹੈ ਇਹਦੇ ਵਿੱਚੋਂ ਅਸੀਂ ਕਿਸੇ ਨੂੰ ਸੈਂਟਰ ਵਾਲੇ ਨੂੰ ਕਾਲਪਨਿਕ ਮੱਧਮਾਨ ਮੰਨ ਲੈਣਾ ਹੈ ਅਜ਼ਿਊਮਡ ਮੀਨ। ਯਾਨੀ ਕਿ ਇਸ ਨੂੰ ਅਸੀਂ ਮੰਨ ਲਓ ਇਸ ਨੂੰ ਅਸੀਂ ਕਾਲਪਨਿਕ ਮੱਧਮਾਨ ਮੰਨ ਲਿਆ ਇਸ ਨੂੰ ਅਸੀਂ A ਲਿਖ ਦਿੰਦੇ ਹਾਂ A। ਤਾਂ ਇੱਥੇ ਇੱਕ ਨਵਾਂ ਖਾਨਾ ਬਣਨਾ ਹੈ ਉਹ ਬਣਨਾ ਹੈਗਾ XI ਦੀ ਥਾਂ ਤੇ ਹੁਣ ਇਹ ਬਣਨਾ ਹੈ DI। DI ਜਿਹੜਾ ਹੁੰਦਾ ਉਹ XI ਮਾਈਨਸ A ਇਹ ਖਾਨਾ ਬਣਨਾ ਹੈ। यानी कि XI 110 ਦੇ ਵਿੱਚੋਂ 150 ਘਟਾਏ ਤੇ ਇਹ ਬਣ ਗਏ ਹੈਗੇ -40 ਬਣ ਗਏ 110 ਦੇ ਵਿੱਚੋਂ 150 ਕੱਢੇ -40। ਇਸੇ ਤਰ੍ਹਾਂ ਇਸ ਇੱਥੇ ਆ ਜਾਣਾ ਹੈ 130 ਦੇ ਵਿੱਚੋਂ 150 ਘਟਾਏ ਉਹ ਬਣ ਗਏ -20 ਬਣ ਗਏ। 150 ਚੋਂ 150 ਘਟਾਏ ਉਹ ਬਣ ਗਏ 0। 117 ਚੋਂ 150 ਘਟਾਏ ਇੱਥੇ ਬਣ ਜਾਣੇ 20 ਤੇ 190 ਚੋਂ 150 ਘਟਾਏ ਤੇ ਉਹ ਬਣ ਗਏ 40 ਤੇ ਇਹ ਖਾਨਾ ਬਣ ਗਿਆ ਹੈ DI ਦਾ। ਤੇ ਹੁਣ ਜਿਹੜਾ ਤੀਸਰਾ ਖਾਨਾ ਬਣਨਾ ਹੈ ਉਹ ਪਹਿਲਾਂ ਕਿਹੜਾ ਬਣਿਆ ਸੀ FI ਤੇ XI ਦਾ ਤੇ ਹੁਣ ਬਣਨਾ FI ਤੇ DI। ਤਾਂ ਵਿੱਚ ਲੈਣਾ ਹੀ ਲੈਣਾ ਹੈ ਇਹਦੀ ਤਾਂ ਗੁਣਾ ਹੋਣੀ ਹੀ ਹੈ ਤੇ ਨਾਲ ਹੁਣ ਇੱਥੇ ਹੋ ਜਾਣੀ ਹੈ DI ਤੇ ਖਾਨਾ ਕਿਹੜਾ ਬਣੂਗਾ ਫਿਰ FI ਤੇ DI ਇਹ ਨਵਾਂ ਖਾਨਾ ਬਣ ਜਾਣਾ ਹੈ। ਤੇ ਹੁਣ ਫਿਰ ਇੱਥੇ FI ਤੇ DI ਦੀ ਗੁਣਾ ਕਰ ਦੇਣੀ ਹੈ 12 ਨੂੰ -40 ਨਾਲ ਕੀਤਾ 12 ਚੋਂ 48
ये -480 बन गए। 14 ਨੂੰ -20 ਨਾਲ ਗੁਣਾ ਕੀਤੀ, 14 ਨੂੰ 28 -280 बन गए। 0 ਨੂੰ ਕਿਸੇ ਨਾਲ ਵੀ ਗੁਣਾ ਕਰ ਦਿਓ ਤਾਂ 0 ਹੀ ਬਣ ਜਾਣਾ ਹੈ। ਤੇ 6 ਨੂੰ 20 ਨਾਲ ਗੁਣਾ ਕੀਤੀ, 6 दूनी 12 120 बन गया। ਤੇ 10 ਨੂੰ 40 ਨਾਲ ਗੁਣਾ ਕੀਤੀ, 40 10 10 400, ਇਹ ਬਣ ਗਿਆ 400। ਤੇ ਹੁਣ ਫਿਰ ਇਹਦਾ ਜੋੜ ਕਰਨਾ, ਤੇ ਇਹ ਜਿਹੜਾ ਖਾਨਾ ਆ ਜਾਣਾ ਹੈ ਉਹ ਹੈਗਾ ਸਮੇਸ਼ਨ ਆਫ FIDI। ਇਸ ਦਾ ਜੋੜ ਕਰਨ ਵੇਲੇ ਥੋੜਾ ਖਿਆਲ ਰੱਖਣਾ ਹੈ, ਕਿਉਂਕਿ ਇਸ ਦੇ ਵਿੱਚ ਪਲੱਸ ਵਾਲੀਆਂ ਸੰਖਿਆਵਾਂ ਵੀ ਹਨ ਤੇ ਮਾਈਨਸ ਵਾਲੀਆਂ ਸੰਖਿਆਵਾਂ ਵੀ ਹਨ। ਇਹਨਾਂ ਦਾ ਜੋੜ ਕਰਨ ਵਾਸਤੇ ਪਲੱਸ ਵਾਲਿਆਂ ਨੂੰ ਆਪਸ 'ਚ ਜੋੜ ਲਓ। 400 ਤੇ 120 ਬਣ ਗਿਆ 520, ਤੇ 520 ਇਹਨਾਂ ਦੋਨੋਂ ਨੂੰ ਜੇ ਜੋੜਾਂਗੇ ਅਸੀਂ ਆ ਬਣ ਗਿਆ 0 8 8 16 लगे 6 हंस लिख 4 2 6 1 7 760 बन गए माइनस दे, 520 बन गए प्लस दे। हुण इन्हां चों जे माइनस करांगे असीं यानी कि जोड़ना आ प्लस दे आ माइनस दे, ते ओवरऑल इन्हां नूं जे जोड़ांगे तां माइनस होना, इहदे विच्चों ये माइनस हो जाना है। 760 ਦੇ ਵਿੱਚੋਂ 520 ਨੂੰ ਮਾਈਨਸ ਕਰ ਦਈਏ 0, 6 ਚੋਂ 2 ਕੱਢੇ 4, 7 ਚੋਂ 5 ਕੱਢੇ 2, यानी कि 240 ਜਿਹੜਾ ਹੈ ਮਾਈਨਸ ਦੇ ਬਣਨਾ। -240 ਜਿਹੜਾ ਹੈ ਉਹ ਸਾਡੇ ਕੋਲ ਇਹਨਾਂ ਦਾ ਅੰਕੜਿਆਂ ਦਾ ਜੋੜ ਆ ਗਿਆ ਹੈ। ਇਸ ਕਾਲਪਨਿਕ ਮੱਧਮਾਨ ਵਿਧੀ ਦੇ ਵਿੱਚ ਮੱਧਮਾਨ ਪਤਾ ਕਰਨ ਦਾ ਜਿਹੜਾ ਫਿਰ ਫਾਰਮੂਲਾ ਹੈ ਹੁਣ, ਕਿਉਂਕਿ ਅਸੀਂ ਪਹਿਲਾਂ ਇੱਥੇ ਡੀ ਦੇ ਵਿੱਚੋਂ ਘਟਾਇਆ ਸੀ, ਹੁਣ ਉਹੀ ਫਾਰਮੂਲੇ ਦੇ ਵਿੱਚ ਅਸੀਂ ਸਾਨੂੰ ਜੋੜਨਾ ਪੈਣਾ। यानी कि ਇਹਦਾ ਫਾਰਮੂਲਾ ਬਣ ਗਿਆ A प्लस ਸਮੇਸ਼ਨ ਆਫ FIDI ਓਵਰ n। ਇਹਦੇ ਵਿੱਚ ਅਸੀਂ ਵੈਲਿਊਜ਼ ਪੁੱਟ ਕਰ ਦੋਗੇ ਤਾਂ ਸਾਡੇ ਕੋਲ ਮੱਧਮਾਨ ਪਤਾ ਲੱਗ ਜਾਊਗਾ। E ਕਿੰਨਾ ਸੀ 150 150 ਪਲੱਸ ਸਮੇਸ਼ਨ ਆਫ FIDI -240 ਤੇ ਵੱਡਾ n ਸਾਡੇ ਕੋਲ ਜਿਹੜਾ ਬਾਰ ਤਾਂ ਉਹ ਹੈਗਾ 50 ਦੇ ਨਾਲ ਇਹਨੂੰ ਡਿਵਾਈਡ ਕਰਾਂਗੇ। ਪਹਿਲਾਂ ਅਸੀਂ 0 ਨਾਲ 0 ਕੈਂਸਲ ਹੋ ਗਈ। 24 ਨੂੰ 5 ਨਾਲ ਡਿਵਾਈਡ ਕਰਾਂਗੇ, 5 ਚੌਕਾ 20, 4 24 ਤੇ 40 ਲੱਗੇ 5 8 40 4.8 ਬਣ ਗਿਆ। 150 ਦੇ ਵਿੱਚੋਂ ਅਸੀਂ ਮਾਈਨਸ ਕਰਾਂਗੇ ਕਿਉਂਕਿ ਮਾਈਨਸ ਦੇ 4.8 ਹੈ, ਤੇ -4.8 ਕਰਾਂਗੇ ਤਾਂ ਇਹ ਬਣ ਗਿਆ ਸਾਡੇ ਕੋਲ 145.2 ਆਨਸਰ। ਪਹਿਲਾਂ ਵੀ ਉਸ ਵਿਧੀ ਨਾਲ ਵੀ 145.2 ਆਇਆ ਸੀ, ਤੇ ਉਹ ਵਿਧੀ ਜਿਹੜੀ ਮਰਜ਼ੀ ਲਾ ਲਓ ਆਨਸਰ ਦੇਗਾ ਉਹ ਸੇਮ ਹੀ ਆਵੇਗਾ। ਅਤੇ ਹੁਣ ਪਿਆਰੇ ਬੱਚਿਓ ਅਸੀਂ ਇਸੇ ਹੀ ਸਮ ਨੂੰ ਤੀਸਰੀ ਵਿਧੀ ਯਾਨੀ ਕਿ ਸਟੈਪ ਡੈਵੀਏਸ਼ਨ ਮੈਥਡ ਜਾਂ ਪਗ ਵਿਚਲਣ ਵਿਧੀ ਦੇ ਰਾਹੀਂ ਇਸੇ ਸਵਾਲ ਨੂੰ ਕਰਾਂਗੇ। ਤਾਂ ਉਸ ਦੇ ਵਾਸਤੇ ਅਸੀਂ ਇੱਥੇ ਜਿਹੜਾ ਹੁਣ ਤੀਜਾ ਖਾਨਾ ਬਣਨਾ ਹੈ, ਇਸ ਤੋਂ ਬਾਅਦ ਖਾਨਾ ਬਣਨਾ ਹੈ ਉਹ ਬਣਨਾ ਹੈ UI मतलब कि XI माइनस ए जो असी काल्पनिक मध्यमान मन्निया है, तो इस नूं डिवाइड करना है ओवर H। हुण इत्थे H की है, H जिहड़ा है आ जो वर्ग अंतराल है उन्हां दा डिफरेंस, तो 120 ਦੇ ਵਿੱਚੋਂ 100 ਕੱਢੀਏ ਤਾਂ ਜਿਹੜਾ H ਬਣ ਜਾਂਦਾ ਹੈ 20। ਸਾਰੇ ਜਿਹੜੇ ਵਰਗ ਅੰਤਰਾਲ ਹਨ ਉਹਨਾਂ ਦਾ ਡਿਫਰੈਂਸ ਜਿਹੜਾ ਹੈ 20 ਦਾ ਹੈ, ਇਸ ਕਰਕੇ H ਜਿਹੜਾ ਹੈ ਉਹ ਜਿਹੜਾ 20। ਤਾਂ ਹੁਣ ਫਿਰ ਜਿਹੜਾ UI ਅਗਲਾ ਖਾਨਾ ਬਣਨਾ ਹੈ ਉਹ ਬਣਨਾ ਹੈ XI यानी कि दिस माइनस A यानी कि जो अज्यूम्ड ਮੱਧਮਾਨ ਮੰਨਿਆ ਹੈ ਉਹ, ਤੇ ਡਿਵਾਈਡ ਕਰਨਾ ਹੈ ਉਹਨੂੰ H ਦੇ ਨਾਲ यानी कि जो वर्ग ਅੰਤਰਾਲਾਂ ਦਾ ਡਿਫਰੈਂਸ ਹੈ ਉਸ ਦੇ ਨਾਲ। ਤਾਂ ਫਿਰ ਹੁਣ ਅਗਲਾ ਖਾਨਾ ਕਿਹੜਾ ਬਣੂਗਾ 110 ਦੇ ਵਿੱਚੋਂ 150 ਕਢਾਈਏ ਤਾਂ ਬਣ ਜਾਂਦੇ -40, ਤੇ -40 ਨੂੰ ਜੇ ਅਸੀਂ 20 ਨਾਲ ਡਿਵਾਈਡ ਕਰੀਏ ਤਾਂ 0 ਨਾਲ 0 ਤੇ 2 2 ਦਾ 4 यानी कि -2 ਆ ਗਿਆ। ਇਸੇ ਤਰ੍ਹਾਂ 130 -50 150 130 -150 यानी कि बन ਗਿਆ -20। ਉਹਨੂੰ 20 ਨਾਲ ਡਿਵਾਈਡ ਕਰਾਂਗੇ ਤਾਂ -1 ਬਣ ਗਿਆ, ਤੇ ਇੱਥੇ 150 ਚੋਂ 150 ਕਰ 0 ਬਣ ਜਾਊਗਾ। ਇਸੇ ਤਰ੍ਹਾਂ ਇਹਦੇ ਵਿੱਚੋਂ ਇਹਨੂੰ ਜੇ 117 ਚੋਂ 150 ਕਰੂੰਗਾ 20 ਨੂੰ 20 ਨਾਲ ਡਿਵਾਈਡ ਕੀਤਾ 1 ਬਣ ਗਿਆ, ਤੇ ਇੱਥੇ ਇਸੇ ਤਰ੍ਹਾਂ ਕਿੰਨਾ ਬਣ ਗਿਆ 2। ਤੇ ਹੁਣ ਅਗਲਾ ਖਾਨਾ ਜਿੱਦਾਂ ਪਹਿਲਾਂ ਕੀਤਾ ਸੀ FI ਦੀ ਤੇ ਮਲਟੀਪਲਾਈ ਹੋਣੀ ਹੈ,
ਹੁਣ ਇਹਦੇ ਵਿੱਚ FI ਤੇ UI ਦੀ ਮਲਟੀਪਲਾਈ ਹੋਣੀ यानी कि नैक्सट करना पड़ना FI मल्टीप्लाई UI। हम 12 ਨੂੰ -2 ਨਾਲ ਗੁਣਾ ਕਰਾਂਗੇ -24, 14 ਨੂੰ -1 ਨਾਲ ਗੁਣਾ ਕਰਾਂਗੇ -14, 0 ਨੂੰ ਕਿਸੇ ਨਾਲ ਵੀ ਕਰ ਦਈਏ ਤਾਂ 0 ਹੀ ਬਣ ਗਿਆ, ਤੇ 6 ਨੂੰ 1 ਨਾਲ ਕਰ ਦਈਏ 6 ਕਮ 6, 10 ਨੂੰ 2 ਨਾਲ ਕਰ ਦਈਏ 10 ਨਾਲ 20, ਤੇ ਫਿਰ ਸਾਨੂੰ ਇਸ ਦਾ ਸਾਰੇ ਦਾ ਜੋੜ ਚਾਹੀਦਾ ਹੈ। ਇਸ ਨੂੰ ਕਿਆ ਲਿਖਾਂਗੇ ਹੁਣ ਸਮੇਸ਼ਨ ਆਫ FI UI, ਸਮੇਸ਼ਨ ਆਫ FI UI। ਇਹਦਾ ਫਿਰ ਅਸੀਂ ਧਿਆਨ ਕਰਨਾ ਹੈ ਕਿਉਂਕਿ ਆ ਮਾਈਨਸ ਦੇ ਹਨ, ਆ ਪਲੱਸ ਦੇ ਹਨ। ਪਲੱਸ ਦੇ 20 ਤੇ 6 26 ਬਣ ਗਏ, 26 ਤੇ ਆ 24 ਮਾਈਨਸ ਦੇ 26 ਦੇ ਵਿੱਚੋਂ 24 ਮਾਈਨਸ ਦੇ ਜੇ ਘਟਾ ਦਈਏ 2 ਬਣ ਜਾਂਦੇ, ਤੇ 14 ਨੂੰ ਵਿੱਚੋਂ ਇਹ ਮਾਈਨਸ ਦੇ 14 ਤੇ 2 ਜਿਹੜੇ ਪਲੱਸ ਦੇ ਹੈ, ਤੇ ਓਵਰਆਲ ਕਿੰਨਾ ਆ ਗਿਆ -12। ਜਾਂ ਪਲੱਸ ਵਾਲਿਆਂ ਦਾ ਪਹਿਲਾਂ ਅਲੱਗ ਜੋੜ ਕਰ ਲਓ, ਮਾਈਨਸ ਵਾਲਿਆਂ ਦਾ ਅਲੱਗ ਜੋੜ ਕਰ ਲਓ, ਫਿਰ ਉਹਨਾਂ ਨੂੰ ਘਟਾ ਲਓ ਤਾਂ ਜਿਹੜਾ ਇਹਨਾਂ ਸਾਰਿਆਂ ਦਾ ਓਵਰਆਲ ਜੋੜ ਆਊਗਾ ਉਹ ਆ ਜਾਊਗਾ -12। ਤੇ ਫਿਰ ਹੁਣ ਮੱਧਮਾਨ ਦਾ ਇਹਦੇ ਵਿੱਚ ਫਾਰਮੂਲਾ, ਇਹਦੇ ਵਿੱਚ ਵਾਸਤੇ ਮੱਧਮਾਨ ਦਾ ਫਾਰਮੂਲਾ ਕਿਆ ਹੋਣਾ, ਪਹਿਲਾਂ A ਅਸੀਂ ਮਾਈਨਸ ਕੀਤਾ ਸੀ, ਉਹ ਆ ਜਾਣਾ A ਪਲੱਸ ਸਮੇਸ਼ਨ ਆਫ FI UI ਓਵਰ N। ਹੁਣ ਅਸੀਂ ਇੱਥੇ H ਦੇ ਨਾਲ ਡਿਵਾਈਡ ਕੀਤਾ ਸੀ, ਇੱਥੇ ਵੀ ਸਾਨੂੰ ਉਸੇ H ਦੇ ਨਾਲ ਕਿਆ ਕਰਨਾ ਪੈਣਾ, ਮਲਟੀਪਲਾਈ ਕਰਨਾ ਪਊਗਾ। ਆਹ ਫਾਰਮੂਲਾ ਬਣ ਗਿਆ ਮੱਧਮਾਨ ਦਾ, ਤੇ ਇਹਦੇ ਵਿੱਚ ਹੁਣ ਅਸੀਂ ਵੈਲਿਊਜ਼ ਪੁੱਟ ਕਰਾਂਗੇ। A ਕਿੰਨਾ ਹੈ 150 ਪਲੱਸ ਸਮੇਸ਼ਨ ਆਫ FI UI -12 ਓਵਰ N 50 ਤੇ ਮਲਟੀਪਲਾਈ H 20। ਇਹਦੇ ਵਾਸਤੇ ਕਿਆ ਰੱਖਣਾ ਕਿ ਇਸ ਪੋਰਸ਼ਨ ਨੂੰ ਪਹਿਲਾਂ ਸੋਲਵ ਕਰਨਾ ਕਿਉਂਕਿ ਮਲਟੀਪਲਾਈ ਹੁੰਦਾ ਹੈ, ਤੇ ਫਿਰ 100 ਜਿਹੜੇ 50 ਆ ਉਹਦੇ ਵਿੱਚ ਜੋੜਦੇ ਨੇ। ਕਈ ਬੱਚੇ ਗਲਤੀ ਨਾਲ ਕਿਆ ਕਰਦੇ ਆ 50 ਨੂੰ ਇਹਦੇ ਨਾਲ ਕੈਂਸਲ ਕਰ ਦਿੰਦੇ, ਇੱਦਾਂ ਨਹੀਂ ਕਰਨਾ ਕਿਉਂਕਿ ਆ ਮਲਟੀਪਲਾਈ ਵਾਲਾ ਹੈ। ਇਸ ਨੂੰ ਪਹਿਲਾਂ ਸੋਲਵ ਕਰਨਾ 150 ਦੇ ਵਿੱਚੋਂ, ਫਿਰ ਜੋ ਇਹਦਾ ਰਿਜ਼ਲਟ ਆਊਗਾ ਉਹਨੂੰ ਪਲੱਸ ਜਾਂ ਮਾਈਨਸ ਹੀ ਕਰਨਾ। ਤੇ ਆ 0 ਦੇ ਨਾਲ 0 ਕੈਂਸਲ ਹੋ ਗਈ, ਤੇ ਉੱਪਰ ਵਾਲਿਆਂ ਨੂੰ ਮਲਟੀਪਲਾਈ ਕਰਦੇ ਮਾਈਨਸ यानी कि 24 ਓਵਰ 5, ये बन गया हैगा यानी कि 150 प्लस -24 ओवर 5 बन गया है। तो इनू डिवाइड करांगे तो कितना बन जाऊगा 5 चौका 20, 4 24 8 40, यानी कि फिर बन गया 150 -4.8, क्योंकि आ माइनस है प्लस माइनस माइनस है। तो यदा भी आंसर जो बन गया है वो बन गया 145.2, ਇਹਦਾ ਆਨਸਰ ਆ ਗਿਆ ਹੈ। ਇਹ ਤਿੰਨਾਂ ਹੀ ਵਿਧੀਆਂ ਦੇ ਨਾਲ ਤੁਹਾਨੂੰ ਜਿਹੜਾ ਹੈ ਮੱਧਮਾਨ ਪਤਾ ਕਰਨ ਦੇ ਤਿੰਨੇ ਹੀ ਵਿਧੀਆਂ ਕਰਵਾਈਆਂ ਹਨ। ਤੇ ਬੱਚਿਓ ਖਿਆਲ ਰੱਖਣਾ ਕਿ ਮੈਥ ਜਿਹੜਾ ਹੈ ਹਮੇਸ਼ਾ ਪੜ੍ਹਨ ਦੇ ਨਾਲ ਨਹੀਂ ਆਉਂਦਾ, ਕਰਨ ਦੇ ਨਾਲ ਆਉਂਦਾ ਹੈ। ਇਸ ਲਈ ਵੱਧ ਤੋਂ ਵੱਧ ਪ੍ਰੈਕਟਿਸ ਕਰੋ, ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਉਨਾ ਹੀ ਤੁਹਾਨੂੰ ਜ਼ਿਆਦਾ ਮੈਥ ਦੇ ਬਾਰੇ ਜਿਹੜੀ ਜਾਣਕਾਰੀ ਹੋਊਗੀ ਤੇ ਮੈਥ ਉਨਾ ਹੀ ਜ਼ਿਆਦਾ ਆਊਗਾ। ਇਸ ਕਰਕੇ ਇਹਨਾਂ ਸਵਾਲਾਂ ਦੀ ਪ੍ਰੈਕਟਿਸ ਕਰੋਗੇ ਤਾਂ ਆਉਣਾ। ਥੈਂਕ ਯੂ।